हाँ जी दोस्तों, स्वागत है ਤੁਹਾਡੇ ਆਪਣੇ ਚੈਨਲ ਸਾਈਕੋ ਪੰਜਾਬੀ ਉਤੇ। ਸੋ ਅੱਜ ਗੱਲ ਕਰਾਂਗੇ 65 ਲੱਖ ਦੀ ਡਕੈਤੀ ਦੇ ਭਾਗ 12ਵੀਂ ਵਾਰੀ। ਸੋ ਭਾਗ 11ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਮਾਇਆ ਰਾਮੋਨੀ ਹੁੰਦੇ ਨੇ ਉਹ ਸਾਰੀ ਟੀਮ ਬਣ ਕੇ ਜਿਹੜੇ ਡਕੈਤੀ ਦੀ ਵਾਰਦਾਤ ਨੂੰ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਲੰਬੀ ਪੌੜੀ ਦੇ ਜ਼ਰੀਏ ਉਹ ਬੈਂਕ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਨੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣਾ। ਜਿਵੇਂ ਹੀ ਕਰਮਚੰਦ ਪੌੜੀ ਤੋਂ ਵੱਖ ਹੋਇਆ, ਬਾਕੀ ਤਿੰਨ ਬੰਦਿਆਂ ਨੇ ਪੌੜੀ ਪਿੱਛੋਂ ਖਿੱਚ ਲਈ ਤੇ ਜਿਹੜੀ ਖਿੜਕੀ ਸੀ ਉਹਨੂੰ ਥੋੜਾ ਬੰਦ ਕਰ ਦਿੱਤਾ। ਉਦੋਂ ਹੀ ਗਸ਼ਤ ਤੇ ਤੈਨਾਤ ਗਾਰਡ ਹੇਠਾਂ ਤੋਂ ਲੰਘ ਗਏ। ਮਾਇਆ ਰਾਮ ਤੇ ਕਰਮਚੰਦ ਸਾਹ ਘੁੱਟ ਕੇ ਸੜਕ ਤੇ ਤੁਰਦੇ ਹੋਏ ਪਰਛਾਵਿਆਂ ਨੂੰ ਦੇਖਦੇ ਰਹੇ। ਜਦੋਂ ਗਾਰਡਾਂ ਨੂੰ ਗਲੀ ਵਿੱਚ ਹਨੇਰਾ ਮਿਲਿਆ ਤਾਂ ਉਹ ਰੁਕੇ ਨਹੀਂ ਹੈਗੇ। ਸ਼ਾਇਦ ਇਸ ਤਰ੍ਹਾਂ ਬੱਲਬ ਦਾ ਫਿਊਜ਼ ਹੋ ਜਾਣਾ ਜਾਂ ਫਿਰ ਲਾਈਟ ਬੰਦ ਹੋ ਜਾਣਾ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਬਹੁਤੀ ਜ਼ਰੂਰੀ ਗੱਲ ਨਹੀਂ ਸੀਗੀ। ਸਿਰਫ ਇੱਕ ਗਾਰਡ ਨੇ ਟਾਰਚ ਜਗਾਈ ਅਤੇ ਆਪਣੇ ਸਾਥੀਆਂ ਦੇ ਅੱਗੇ ਇਸ ਦੀ ਰੌਸ਼ਨੀ ਚਮਕਾਉਣ ਲੱਗਿਆ। ਉਹ ਅੱਗੇ ਮੋੜ ਤੋਂ ਮੁੜ ਕੇ ਨਜ਼ਰਾਂ ਤੋਂ ਅਲੋਪ ਹੋ ਗਏ। ਸੜਕ ਫੇਰ ਖਾਲੀ ਹੋ ਗਈ। ਸਾਲੇ ਮਸ਼ੀਨਾਂ ਵਾਂਗ ਕੰਮ ਕਰਦੇ ਨੇ। ਮਾਇਆ ਰਾਮ ਨੇ ਕਿਹਾ ਵੀ ਮਜਾਲ ਹੈ ਵੀ ਇੱਕ ਸਕਿੰਟ ਵੀ ਗਲਤੀ ਹੋ ਜਾਵੇ ਜਾਂ ਫਿਰ ਲੇਟ ਹੋ ਜਾਣ। ਇਹ ਪੌੜੀ ਤਾਂ ਬਹੁਤ ਘੱਟ ਚੌੜੀ ਆ ਉਸਤਾਦ ਜੀ, ਕਰਮਚੰਦ ਨੇ ਸ਼ਿਕਾਇਤ ਕੀਤੀ। ਮਾਇਆ ਰਾਮ ਨੇ ਆਪਣੇ ਬੈਗ ਵਿੱਚੋਂ ਇੱਕ ਲੰਬੀ ਮਜ਼ਬੂਤ ਨਾਇਲੌਨ ਦੀ ਰੱਸੀ ਕੱਢੀ। ਹੁਣ ਉਸਨੇ ਉਸ ਰੱਸੀ ਦੇ ਇੱਕ ਸਿਰੇ ਤੇ ਫਾਹਾ ਬਣਾ ਲਿਆ। ਕਰਮਚੰਦ ਨੇ ਕੁਝ ਔਜ਼ਾਰ ਕੱਢੇ ਜਿਵੇਂ ਕਿ ਪੁਲੀ ਦਾ ਸੈੱਟ, ਉਹਨਾਂ ਨੂੰ ਕੱਸਣ ਲਈ ਕਲੈਂਪ, ਪੇਚ ਕੱਟਣ ਵਾਲੇ ਪਲੇਅਰ। ਦੋਵੇਂ ਤੰਗ ਬਾਲਕੋਨੀ ਤੇ ਚੱਲਦੇ ਹੋਏ ਛੱਤ ਦੇ ਕਿਨਾਰੇ ਤੇ ਪਹੁੰਚ ਗਏ। ਉੱਥੇ ਉਸਨੇ ਬੜੀ ਕੁਸ਼ਲਤਾ ਨਾਲ ਪੁਲੀਆਂ ਨੂੰ ਤਲੀ ਨਾਲ ਕੱਸਿਆ ਤੇ ਰੱਸੀ ਨੂੰ ਉਹਨਾਂ ਦੇ ਉੱਪਰੋਂ ਲਗਾਇਆ। ਉਸਨੇ ਪੁਲੀ ਅਤੇ ਰੱਸੀ ਦੀ ਮਜ਼ਬੂਤੀ ਨੂੰ ਬਹੁਤ ਬਰੀਕੀ ਨਾਲ ਚੈੱਕ ਕੀਤਾ। ਹੁਣ 10:35 ਤੇ ਪਹਿਰੇਦਾਰ ਫੇਰ ਗਲੀ ਵਿੱਚੋਂ ਦੀ ਲੰਘੇ। ਇਸ ਤੋਂ ਬਾਅਦ ਉਹਨਾਂ ਨੇ 53 ਮਿੰਟ ਬਾਅਦ ਫੇਰ ਉੱਥੇ ਆਉਣਾ ਸੀ। ਬਹੁਤ ਸਮਾਂ ਸੀ ਉਹਨਾਂ ਕੋਲ, ਪਰ ਕੰਮ ਵੀ ਬਹੁਤ ਸੀ ਉਹਨਾਂ ਕੋਲ। ਕਰਮਚੰਦ ਨੇ ਪੁਲੀ ਤੋਂ ਹੇਠਾਂ ਲਟਕਦੀ ਰੱਸੀ ਦੇ ਸਿਰੇ ਦੀ ਲੂਪ ਵਿੱਚ ਆਪਣਾ ਪੈਰ ਫਸਾ ਲਿਆ ਤੇ ਬਹੁਤ ਹੀ ਹੁਨਰ ਨਾਲ ਇਮਾਰਤ ਦੇ ਨਾਲ ਲਟਕ ਗਿਆ। ਉਹ ਮਾਇਆ ਰਾਮ ਨੇ ਹੌਲੀ-ਹੌਲੀ ਰੱਸੀ ਛੱਡਣੀ ਸ਼ੁਰੂ ਕਰ ਦਿੱਤੀ। ਕਰਮਚੰਦ ਦੇ ਭਾਰ ਕਾਰਨ ਰੱਸੀ ਹੌਲੀ-ਹੌਲੀ ਪੁਲੀਆਂ ਦੇ ਵਿਚਕਾਰ ਖਿਸਕ ਰਹੀ ਸੀ। ਮਾਇਆ ਰਾਮ ਨੇ ਪਹਿਲਾਂ ਹੀ 25 ਫੁੱਟ ਦੀ ਲੰਬਾਈ ਦੀ ਨਿਸ਼ਾਨਦੇਹੀ ਕੀਤੀ ਹੋਈ ਸੀ। ਜਦੋਂ ਉਹ ਨਿਸ਼ਾਨ ਆਇਆ ਤਾਂ ਉਸਨੇ ਆਪਣਾ ਹੱਥ ਰੋਕ ਲਿਆ। ਹੁਣ ਰੱਸੀ ਨੂੰ ਤਿਲਕਣ ਨਾ ਦੇਣਾ ਉਸ ਦੀ ਜ਼ਿੰਮੇਵਾਰੀ ਸੀ। ਉਸਨੇ ਰੱਸੀ ਨੂੰ ਬੜੀ ਮਜ਼ਬੂਤੀ ਨਾਲ ਫੜ ਲਿਆ ਸੀ। ਕਰਮਚੰਦ ਨੇ ਅਲਾਰਮ ਦੀ ਘੰਟੀ ਤੇ ਜਾਣ ਵਾਲੀ ਪਾਈਪ ਵਿੱਚੋਂ ਤਾਰ ਨਿਕਲਦੀ ਵੇਖੀ। ਉਸਨੇ ਉਹ ਤਾਰ ਕੱਢ ਦਿੱਤੀ। ਤਾਰ ਵਿੱਚ ਕਰੰਟ ਸੀਗਾ। ਜਦੋਂ ਲਾਈਵ ਤਾਰ ਕਟਰ ਨਾਲ ਟਕਰਾਉਂਦੀ ਹੈ ਤਾਂ ਇੱਕ ਪਲ ਲਈ ਰੌਲਾ ਪੈਂਦਾ ਹੈ ਤੇ ਫਿਰ ਚੁੱਪ ਹੋ ਜਾਂਦੀ ਹੈ। ਕਟਰ ਦਾ ਹੈਂਡਲ ਇਨਸੂਲੇਸ਼ਨ ਨਾਲ ਢਕਿਆ ਹੋਇਆ ਸੀ, ਇਸ ਲਈ ਕਰੰਟ ਕਰਮਚੰਦ ਦੇ ਸਰੀਰ ਤੱਕ ਨਹੀਂ ਪਹੁੰਚ ਸਕਿਆ। ਫਿਰ ਉਸਨੇ ਪਹਿਲਾਂ ਤੋਂ ਤੈਅ ਤਰੀਕੇ ਨਾਲ ਰੱਸੀ ਨੂੰ ਝਟਕਾ ਦਿੱਤਾ। ਮਾਇਆ ਰਾਮ ਨੇ ਹੌਲੀ-ਹੌਲੀ ਰੱਸੀ ਖਿੱਚਣੀ ਸ਼ੁਰੂ ਕਰ ਦਿੱਤੀ। ਕਰਮਚੰਦ ਦਾ ਸਰੀਰ ਉੱਪਰ ਉੱਠਣ ਲੱਗਾ। ਹੁਣ ਜਦੋਂ ਤੱਕ ਕਰਮਚੰਦ ਵਾਪਸ ਛੱਜਲੀ ਕੋਲ ਪਹੁੰਚਿਆ ਉਹ ਦੋਵੇਂ ਹੱਸ ਰਹੇ ਸਨ। ਇੱਕ ਅਲਾਰਮ ਸਫਲਤਾਪੂਰਵਕ ਕੱਟਿਆ ਗਿਆ ਸੀ। ਉਹਨਾਂ ਦੀ ਮਿਹਨਤ ਦੇ ਸਾਹ ਦੀ ਪਰਵਾਹ ਕੀਤੇ ਬਿਨਾਂ ਦੋਵਾਂ ਨੇ ਸਪੈਨਰ ਅਤੇ ਸਕਰੂ ਡਰਾਈਵਰ ਦੀ ਮਦਦ ਨਾਲ ਪੁਲੀਆਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਫਿਰ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਦੂਜੇ ਕੋਨੇ ਵੱਲ ਚਲੇ ਗਏ। ਇਹ ਬਹੁਤ ਨਾਜ਼ੁਕ ਕੰਮ ਸੀ ਅਤੇ ਬਹੁਤ ਸਬਰ ਦੀ ਲੋੜ ਸੀ ਇਹਦੇ ਵਿੱਚ, ਪਰ ਫਿਰ ਵੀ ਉਹ ਇਸ ਨੂੰ ਜਲਦੀ ਕਰਨਾ ਚਾਹੁੰਦੇ ਸਨ ਕਿਉਂਕਿ ਜੇ ਇਸ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਗਿਆ ਅਤੇ ਵਾਲਟ ਖੋਲ੍ਹਣ ਵਿੱਚ ਸਮੇਂ ਦੀ ਕਮੀ ਹੋ ਗਈ ਤਾਂ ਸਾਰਾ ਕੰਮ ਬਰਬਾਦ ਹੋ ਜਾਵੇਗਾ। ਉਸ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ ਕਿ 11:15 ਤੱਕ ਉਸਨੇ ਇਮਾਰਤ ਦੇ ਚਾਰੇ ਕੋਨਿਆਂ ਤੇ ਚਾਰੇ ਅਲਾਰਮ ਘੰਟੀਆਂ ਕੱਢ ਦਿੱਤੀਆਂ ਅਤੇ ਟਰਾਂਸਪੋਰਟ ਕੰਪਨੀ ਦੇ ਸਾਹਮਣੇ ਵਾਪਸ ਆ ਗਏ। ਅਗਲੀ ਗਸ਼ਤ ਸ਼ੁਰੂ ਹੋਣ ਵਿੱਚ ਹਲੇ 15 ਮਿੰਟ ਬਾਕੀ ਸਨ। ਉਹਨਾਂ ਨੇ ਟਰਾਂਸਪੋਰਟ ਕੰਪਨੀ ਦੀ ਖਿੜਕੀ ਦੇ ਬਿਲਕੁਲ ਸਾਹਮਣੇ ਬਾਲਕੋਨੀ ਵਿੱਚ ਪੁਲੀ ਦਾ ਸੈੱਟ ਫਿੱਟ ਕਰ ਦਿੱਤਾ। ਇਸ ਵਾਰ ਕਰਮਚੰਦ ਨੂੰ ਬਹੁਤਾ ਉਤਰਨਾ ਨਹੀਂ ਪਿਆ। ਉਸ ਥਾਂ ਤੋਂ 8 ਫੁੱਟ ਹੇਠਾਂ ਇੱਕ ਖਿੜਕੀ ਸੀ। ਕਰਮਚੰਦ ਰੱਸੀ ਦੀ ਮਦਦ ਨਾਲ ਲਟਕ ਕੇ ਉਸ ਖਿੜਕੀ ਤੇ ਪਹੁੰਚ ਗਿਆ। ਖਿੜਕੀ ਵਿੱਚ ਸ਼ੀਸ਼ੇ ਸਨ ਅਤੇ ਅੰਦਰੋਂ ਬੰਦ ਸੀ ਉਹ, ਕਿਉਂਕਿ ਇਸ ਵਿੱਚ ਇੱਕ ਅਲਾਰਮ ਸੀ। ਸ਼ੀਸ਼ੇ ਦੇ ਪੈਨ ਹੋਣ ਦੇ ਬਾਵਜੂਦ ਕਿਸੇ ਨੇ ਵੀ ਇਸ ਨੂੰ ਸੁਰੱਖਿਆ ਖਤਰਾ ਨਹੀਂ ਸਮਝਿਆ। ਵੈਸੇ ਵੀ ਉਹ ਖਿੜਕੀ ਸੜਕ ਤੋਂ 42 ਫੁੱਟ ਉੱਚੀ ਸੀ। ਕਰਮਚੰਦ ਨੇ ਹੀਰੇ ਦੀ ਕਲਮ ਨੂੰ ਖਿੜਕੀ ਦੇ ਸ਼ੀਸ਼ੇ ਤੇ ਗੋਲੇ ਦੀ ਸ਼ਕਲ ਵਿੱਚ ਘੁਮਾਇਆ। ਸ਼ੀਸ਼ੇ ਦੇ ਉੱਪਰ ਘੁੰਮਦੇ ਹੀਰੇ ਦੀ ਨੋਕ ਨੇ ਇੱਕ ਮਾਮੂਲੀ ਤਿੱਖੀ ਆਵਾਜ਼ ਪੈਦਾ ਕੀਤੀ ਜੋ ਉਸਦੇ ਕੰਨਾਂ ਤੱਕ ਪਹੁੰਚਣ ਲਈ ਉੱਚੀ ਨਹੀਂ ਸੀਗੀ। ਉਸਨੇ ਹੌਲੀ-ਹੌਲੀ ਹੀਰੇ ਦੀ ਪੈਨ ਨੂੰ ਚੱਕਰ ਦੇ ਵਿਚਕਾਰ ਖੜਕਾਇਆ ਤੇ ਸ਼ੀਸ਼ੇ ਦਾ ਗੋਲਾ ਬੰਦ ਹੋ ਕੇ ਉਸਦੇ ਹੱਥ ਵਿੱਚ ਆ ਗਿਆ। ਉਸਨੇ ਟੁੱਟੇ ਸ਼ੀਸ਼ੇ ਦੇ ਅੰਦਰ ਹੱਥ ਪਾ ਲਿਆ। ਕਾਗਜ਼ ਨੂੰ ਛੂਹਣ ਤੋਂ ਪਹਿਲਾਂ ਉਹ ਰੁਕ ਗਿਆ। ਉਸਦਾ ਸਾਰਾ ਸਰੀਰ ਤਣਾਅ ਨਾਲ ਭਰ ਗਿਆ ਸੀ। ਇਹ ਪ੍ਰੀਖਿਆ ਦਾ ਸਮਾਂ ਸੀ। ਮੈਨੂੰ ਨਹੀਂ ਪਤਾ ਕਿ ਹੁਣ ਤੱਕ ਕੀਤੀ ਮਿਹਨਤ ਸਫਲ ਹੋਈ ਹੈ ਜਾਂ ਨਹੀਂ। ਪਤਾ ਨਹੀਂ ਸਾਰੇ ਅਲਾਰਮ ਕੱਟੇ ਗਏ ਸਨ ਜਾਂ ਨਹੀਂ। ਉਸਨੇ ਚਟਿਕਣੀ ਨੂੰ ਛੂਹ ਲਿਆ, ਕੁਝ ਨਹੀਂ ਹੋਇਆ। ਉਸਨੇ ਸੁੱਖ ਦਾ ਸਾਹ ਲਿਆ ਤੇ ਚਟਿਕਣੀ ਖੋਲੀ। ਦਰਵਾਜ਼ਾ ਬੜੀ ਆਸਾਨੀ ਨਾਲ ਖੁੱਲ੍ਹ ਗਿਆ। ਉਸਨੇ ਧੱਕਾ ਮਾਰ ਕੇ ਦੋਵੇਂ ਦਰਵਾਜ਼ੇ ਖੋਲ੍ਹ ਦਿੱਤੇ ਤੇ ਫਿਰ ਦਰਵਾਜ਼ੇ ਦੇ ਫਰੇਮ ਤੇ ਚੜ੍ਹ ਕੇ ਅੰਦਰ ਛਾਲ ਮਾਰ ਦਿੱਤੀ। ਉਸਨੇ ਰੱਸੀ ਤੇ ਹਲਕੀ ਜਿਹੀ ਟੰਗ ਕੀਤੀ। ਮਾਇਆ ਰਾਮ ਨੇ ਰੱਸੀ ਨੂੰ ਪਿੱਛੇ ਖਿੱਚ ਲਿਆ। ਉਸਨੇ ਮਸ਼ੀਨ ਦੀ ਰਫ਼ਤਾਰ ਨਾਲ ਪੁਲੀਆਂ ਦੇ ਸੈੱਟ ਖੋਲ੍ਹਣੇ ਸ਼ੁਰੂ ਕਰ ਦਿੱਤੇ। ਉਸਨੇ ਥੈਲੇ ਵਿੱਚ ਪੁਲੀ, ਰੱਸੀ ਅਤੇ ਔਜ਼ਾਰ ਭਰ ਲਏ।
ਉਸਨੇ ਵਾਇਰਲੈਸ ਕਵਰ ਨੂੰ ਆਪਣੇ ਸਿਰ ਤੇ ਰੱਖਿਆ ਤੇ ਇਸ ਨੂੰ ਚਾਲੂ ਕਰ ਦਿੱਤਾ। ਹੈਲੋ। ਦੂਜੇ ਪਾਸਿਓਂ ਵਿਮਲ ਦੀ ਆਵਾਜ਼ ਆਈ। ਪੌੜੀ। ਮਾਇਆ ਰਾਮ ਨੇ ਸਿਰਫ ਇੱਕ ਸ਼ਬਦ ਕਿਹਾ ਤੇ ਵਾਇਰਲੈਸ ਨੂੰ ਬੰਦ ਕਰ ਦਿੱਤਾ ਤੇ ਆਪਣੇ ਸਿਰ ਤੋਂ ਚੋਗਾ ਲਾਹ ਦਿੱਤਾ। ਉਸਨੇ ਸੈੱਟ ਨੂੰ ਪਹਿਲਾਂ ਵਾਂਗ ਆਪਣੇ ਗਲੇ ਵਿੱਚ ਟੰਗ ਲਿਆ ਤੇ ਉਸਨੇ ਘੜੀ ਵੱਲ ਵੇਖਿਆ। ਅਗਲੀ ਗਸ਼ਤ ਵਿੱਚ ਸਿਰਫ 4 ਮਿੰਟ ਬਾਕੀ ਸਨ। ਸਾਹਮਣੇ ਵਾਲੀ ਖਿੜਕੀ ਖੁੱਲ ਗਈ। ਇਸ ਵਿੱਚ ਪੌੜੀ ਦਾ ਇੱਕ ਸਿਰਾ ਦਿਖਾਈ ਦਿੱਤਾ। ਪੌੜੀ ਤੇਜ਼ੀ ਨਾਲ ਉਸ ਵੱਲ ਵਧਣ ਲੱਗੀ। ਜਦੋਂ ਉਹ ਉਸ ਕੋਲ ਪਹੁੰਚੀ ਤਾਂ ਉਸਨੇ ਛੱਤ ਤੇ ਸਿਰੇ ਨੂੰ ਮਜ਼ਬੂਤੀ ਨਾਲ ਰੱਖਿਆ ਤੇ ਫਿਰ ਬਾਂਦਰ ਦੀ ਚੁਸਤੀ ਨਾਲ ਇਸ ਤੇ ਤੁਰਿਆ ਤੇ ਟਰਾਂਸਪੋਰਟ ਕੰਪਨੀ ਦੇ ਦਫ਼ਤਰ ਵਾਪਸ ਆ ਗਿਆ। ਉਹ ਪੌੜੀ ਤੇਜ਼ੀ ਨਾਲ ਪਿੱਛੇ ਖਿੱਚੀ ਜਾਣ ਲੱਗੀ। ਖਿੜਕੀ ਦੇ ਬਾਹਰ ਪੌੜੀ ਦੇ 2-3 ਖੰਭੇ ਅਜੇ ਬਾਕੀ ਸਨ ਜਦੋਂ ਪਹਿਰੇਦਾਰਾਂ ਦਾ ਇੱਕ ਸਮੂਹ ਹੇਠਾਂ ਗਲੀ ਵਿੱਚ ਆ ਗਿਆ। ਪੌੜੀ ਨੂੰ ਅੰਦਰ ਤੱਕ ਲਿਜਾਇਆ ਗਿਆ ਤੇ ਖਿੜਕੀਆਂ ਦੇ ਸ਼ਟਰ ਧੱਕੇ ਨਾਲ ਖੋਲ੍ਹ ਦਿੱਤੇ ਗਏ। ਉਹ ਗਸ਼ਤ ਵੀ ਪੂਰੀ ਹੋ ਗਈ। ਹੁਣ ਅਗਲੀ ਗਸ਼ਤ ਲਈ ਬਹੁਤ ਸਮਾਂ ਸੀ, ਪੂਰਾ 1 ਘੰਟਾ ਤੇ 23 ਮਿੰਟ। ਮਾਇਆ ਰਾਮ ਖੁਸ਼ ਸੀ। ਹੁਣ ਤੱਕ ਸਭ ਕੁਝ ਬੜੀ ਮੁਸਤੈਦੀ ਨਾਲ ਕੀਤਾ ਜਾਂਦਾ ਸੀ। ਮਹਿਤਾ ਹਾਊਸ ਦੀ ਭੰਨਤੋੜ ਕੀਤੀ ਗਈ ਸੀ। ਉਸ ਦਾ ਇੱਕ ਸਾਥੀ ਪਹਿਲਾਂ ਹੀ ਬੈਂਕ ਦੀ ਇਮਾਰਤ ਦੇ ਅੰਦਰ ਮੌਜੂਦ ਸੀ। ਫਿਰ ਖਿੜਕੀ ਖੋਲ੍ਹੀ ਗਈ ਅਤੇ ਪੌੜੀ ਨੂੰ ਹੌਲੀ-ਹੌਲੀ ਬਾਹਰ ਕੱਢਿਆ ਗਿਆ। ਇਸ ਵਾਰ ਪੌੜੀ ਦਾ ਸਿਰਾ ਬੈਂਕ ਦੀ ਛੱਤ ਨਾਲ ਨਹੀਂ, ਸਗੋਂ ਉਸ ਖੁੱਲ੍ਹੀ ਖਿੜਕੀ ਨਾਲ ਟਿਕਿਆ ਜਿਸ ਦੇ ਅੰਦਰ ਕਰਮਚੰਦ ਮੌਜੂਦ ਸੀ। ਕਰਮਚੰਦ ਨੇ ਤਾਰਾਂ ਦੇ ਟੁਕੜੇ ਨਾਲ ਖਿੜਕੀ ਦੀ ਇੱਕ ਖਿੜਕੀ ਨੂੰ ਪੌੜੀ ਦੇ ਇੱਕ ਡੰਡੇ ਨਾਲ ਬੰਨ੍ਹ ਦਿੱਤਾ। ਹੁਣ ਪੌੜੀ ਢਲਾਣ ਤੇ ਸੀ, ਇਸ ਲਈ ਇਹ ਤਿਲਕ ਸਕਦੀ ਸੀ। ਉਸ ਨੂੰ ਬੰਨ੍ਹ ਕੇ ਖਤਰਾ ਟਲ ਗਿਆ। ਫਿਰ ਉਸਨੇ ਲੰਬੇ ਨਾਈਲੋਨ ਦੀ ਰੱਸੀ ਦੇ ਇੱਕ ਸਿਰੇ ਨੂੰ ਭਵਿੱਖ ਵਿੱਚ ਵਰਤੋਂ ਲਈ ਪੌੜੀ ਦੇ ਉਸ ਡੰਡੇ ਨਾਲ ਕੱਸ ਕੇ ਬੰਨ੍ਹ ਦਿੱਤਾ। ਮਾਇਆ ਰਾਮ ਪਹਿਲਾਂ ਗੈਸ ਦਾ ਸਿਲੰਡਰ ਲੈ ਕੇ ਖਿੜਕੀ ਤੋਂ ਬਾਹਰ ਆਇਆ, ਫਿਰ ਵਿਮਲ, ਫਿਰ ਗੁਰਦਿੱਤਾ। ਦੂਜੇ ਸਿਰੇ ਤੇ ਲਾਭ ਸਿੰਘ ਨੇ ਪੌੜੀ ਫੜੀ ਹੋਈ ਸੀ। ਜਦੋਂ ਉਹਨਾਂ ਬੰਦਿਆਂ ਨੇ 2 ਹੋਰ ਗੇੜੇ ਲਾਏ ਤਾਂ ਸਾਰਾ ਜ਼ਰੂਰੀ ਸਮਾਨ ਬੈਂਕ ਵਿੱਚ ਪਹੁੰਚ ਗਿਆ ਸੀ। ਸਭ ਕੁਝ ਇੰਨੀ ਜਲਦੀ ਅਤੇ ਇੰਨੀ ਚੁੱਪਚਾਪ ਹੋ ਰਿਹਾ ਸੀ ਕਿ ਇੰਜ ਲੱਗਦਾ ਸੀ ਜਿਵੇਂ ਬੈਂਕ ਵਿੱਚ ਕਈ ਵਾਰ ਰਿਹਰਸਲ ਕੀਤੀ ਹੋਵੇ। ਹਰ ਕੋਈ ਵਿਮਲ ਨੂੰ ਬਹੁਤ ਜ਼ਿੰਮੇਵਾਰ ਤੇ ਤਤਪਰ ਜਾਪਦਾ ਸੀ। ਲਾਭ ਸਿੰਘ ਵੀ। ਸਿਰਫ ਇੱਕ ਚੀਜ਼ ਜੋ ਉਸ ਨੂੰ ਚਿੰਤਾ ਕਰਦੀ ਸੀ ਉਹ ਸੀ ਉਸਦੀ ਸ਼ਰਾਬ ਪੀਣ ਦੀ ਆਦਤ। ਮੋਢਿਆਂ ਤੇ ਭਾਰੀ ਸਿਲੰਡਰ ਲੈ ਕੇ ਚੁੱਪਚਾਪ ਪੌੜੀਆਂ ਚੜ੍ਹਨਾ ਕੋਈ ਆਸਾਨ ਕੰਮ ਨਹੀਂ ਸੀਗਾ, ਪਰ ਸਾਰਿਆਂ ਨੇ ਇਸ ਕੰਮ ਨੂੰ ਬੜੀ ਖੂਬਸੂਰਤੀ ਨਾਲ ਨਿਭਾਇਆ। ਅਖੀਰ ਕਰਮਚੰਦ ਵਾਪਸ ਚਲਾ ਗਿਆ ਤੇ ਲਾਭ ਸਿੰਘ ਵੀ ਬੈਂਕ ਆ ਗਿਆ। ਹੁਣ ਮਾਇਆ ਰਾਮ ਨੇ ਬੈਂਕ ਦੀ ਖਿੜਕੀ ਬੰਦ ਕਰ ਦਿੱਤੀ। ਹੁਣ ਦੋਵੇਂ ਇਮਾਰਤਾਂ ਵਿਚਕਾਰ ਨਾਈਲੋਨ ਦੀ ਰੱਸੀ ਖਿੱਚੀ ਗਈ ਸੀ। ਹੁਣ ਇਹ ਸਾਰਾ ਸਮਾਨ ਜ਼ਮੀਨੀ ਮੰਜ਼ਲ ਦੇ ਹਾਲ ਵਿੱਚ ਲਿਜਾਣਾ ਪਵੇਗਾ, ਮਾਇਆ ਰਾਮ ਨੇ ਕਿਹਾ। ਸਾਰਿਆਂ ਨੇ ਸਹਿਮਤੀ ਨਾਲ ਸਿਰ ਹਿਲਾਇਆ ਤੇ ਸਾਰਿਆਂ ਨੇ ਜਿੰਨਾ ਹੋ ਸਕੇ ਸਮਾਨ ਚੁੱਕ ਲਿਆ। ਇੱਕ ਸਫ਼ਰ ਵਿੱਚ ਸਾਰਾ ਸਮਾਨ ਜ਼ਮੀਨੀ ਮੰਜ਼ਲ ਤੇ ਰੌਸ਼ਨੀ ਵਾਲੇ ਹਾਲ ਵਿੱਚ ਪਹੁੰਚ ਗਿਆ। ਹਾਲ ਅੰਦਰ ਰੌਸ਼ਨੀ ਨੇ ਹਰ ਕਿਸੇ ਤੇ ਬਹੁਤ ਵੱਡਾ ਪ੍ਰਭਾਵ ਪਾਇਆ। ਹਰ ਕੋਈ ਬਹੁਤ ਚਿੰਤਾ ਵਿੱਚ ਨਜ਼ਰ ਆ ਰਿਹਾ ਸੀ। ਗੁਰਦਿੱਤਾ ਸਾਫ਼-ਸਾਫ਼ ਡਰਿਆ ਨਜ਼ਰ ਆ ਰਿਹਾ ਸੀ। ਮਾਇਆ ਰਾਮ ਨੇ ਘੜੀ ਵੱਲ ਵੇਖਿਆ। 12 ਵੱਜਣ ਵਾਲੇ ਸਨ। ਗਸ਼ਤ ਦੇ ਪ੍ਰੋਗਰਾਮ ਅਨੁਸਾਰ ਅੱਧੇ ਘੰਟੇ ਦਾ ਵਕਫਾ ਪਿਆ ਤੇ ਫਿਰ 53 ਮਿੰਟ ਬਾਅਦ ਅਗਲੀ ਗਸ਼ਤ ਦੀ ਵਾਰੀ ਸੀ। ਇਸ ਦਾ ਮਤਲਬ ਇਹ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਦਰਵਾਜ਼ੇ ਦੀ ਨਿਰੀਖਣ ਖਿੜਕੀ ਵਿੱਚੋਂ ਅੰਦਰ ਝਾਕਣ ਵਾਲਾ ਨਹੀਂ ਸੀਗਾ। ਪਰ ਕਿਸੇ ਕਾਰਨ ਮਾਇਆ ਰਾਮ ਦਾ ਮਨ ਕਹਿ ਰਿਹਾ ਸੀ ਕਿ ਅਸਲ ਵਿੱਚ ਇੱਕ ਹੋਰ ਠੋਸ ਭਰੋਸੇ ਦੀ ਲੋੜ ਸੀ। ਕੌਣ ਜਾਣਦਾ ਹੈ ਕਿ ਅਹਾਤੇ ਵਿੱਚ ਮੌਜੂਦ ਕੋਈ ਗਾਰਡ ਮੋਰੀ ਰਾਹੀਂ ਅੰਦਰ ਝਾਤ ਮਾਰ ਸਕਦਾ ਹੈ ਅਤੇ ਹੁਣ ਤੱਕ ਕੀਤਾ ਸਾਰਾ ਕੰਮ ਬਰਬਾਦ ਹੋ ਜਾਵੇਗਾ। ਉਸਨੇ ਆਪਣੇ ਆਪ ਨੂੰ ਉਸ ਸਮੇਂ ਇੱਕ ਵਾਇਰਲੈਸ ਸੈੱਟ ਲਿਆਉਣ ਦੀ ਬੁੱਧੀ ਹੋਣ ਲਈ ਵਧਾਈ ਦਿੱਤੀ। ਉਸਨੇ ਹੈੱਡਫੋਨ ਸਿਰ ਤੇ ਲਾਇਆ, ਇੱਕ ਬਟਨ ਦਬਾਇਆ, ਹੈਂਡਲ ਮੋੜਿਆ ਤੇ ਦੂਜੇ ਪਾਸਿਓਂ ਕਰਮਚੰਦ ਦੀ ਆਵਾਜ਼ ਆਈ ਤਾਂ ਉਹ ਬੋਲਿਆ ਵੀ ਕਰਮਚੰਦ, ਤੁਸੀਂ ਆਪਣੀ ਥਾਂ ਤੋਂ ਬੈਂਕ ਦਾ ਮੇਨ ਗੇਟ ਦੇਖ ਸਕਦੇ ਹੋ। ਨਹੀਂ, ਕਰਮਚੰਦ ਦੀ ਆਵਾਜ਼ ਆਈ। ਅਹਾਤੇ ਤਾਂ ਦਿਸਦਾ ਹੈ ਪਰ ਦਰਵਾਜ਼ਾ ਨਹੀਂ ਦਿਸਦਾ। ਫਿਰ ਇਸ ਮੰਜ਼ਲ ਤੇ ਜਾ ਕਿਸੇ ਹੋਰ ਮੰਜ਼ਲ ਤੇ ਕੋਈ ਖਿੜਕੀ ਲੱਭ ਜਿੱਥੋਂ ਦਰਵਾਜ਼ਾ ਦਿਖਾਈ ਦੇ ਰਿਹਾ ਹੋਵੇ। ਇਹ ਹੋ ਜਾਣ ਤੋਂ ਬਾਅਦ ਮੈਨੂੰ ਸੂਚਿਤ ਕਰੀਂ। ਠੀਕ ਹੈ। ਮਾਇਆ ਰਾਮ ਚੁੱਪ ਹੋ ਗਿਆ। ਉਸਨੇ ਵਾਇਰਲੈਸ ਸੈੱਟ ਚਾਲੂ ਰੱਖਿਆ ਤੇ ਸਿਰ ਤੋਂ ਹੈੱਡਫੋਨ ਨਹੀਂ ਹਟਾਇਆ। ਉਹਨੇ ਕੁਝ ਦੇਰ ਬਾਅਦ ਉਸ ਨੂੰ ਕਰਮਚੰਦ ਦੀ ਆਵਾਜ਼ ਸੁਣਾਈ ਦਿੱਤੀ ਵੀ ਉਸਤਾਦ ਜੀ, ਹੁਣ ਮੈਂ ਮੇਨ ਗੇਟ ਦੇਖ ਸਕਦਾ। ਕੀ ਉਸ ਕੋਲ ਕੋਈ ਗਾਰਡ ਹੈਗਾ? ਮਾਇਆ ਰਾਮ ਨੇ ਪੁੱਛਿਆ। ਬਹੁਤ ਨੇੜੇ ਨਹੀਂ, ਪਰ ਅਹਾਤੇ ਦੇ ਗੇਟ ਕੋਲ 2 ਗਾਰਡ ਖੜੇ ਨੇ। ਅਸੀਂ ਬੇਸਮੈਂਟ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕੋਈ ਗਾਰਡ ਦਰਵਾਜ਼ੇ ਵੱਲ ਵੱਧਦਾ ਹੈ ਤਾਂ ਮੈਨੂੰ ਤੁਰੰਤ ਸੂਚਿਤ ਕਰੀਂ। ਚੰਗਾ, ਠੀਕ ਹੈ। ਮਾਇਆ ਰਾਮ ਨੇ ਹੋਰਾਂ ਨੂੰ ਇਸ਼ਾਰਾ ਕੀਤਾ। ਗੁਰਦਿੱਤਾ ਤੇ ਵਿਮਲ ਨੇ ਗੈਸ ਦਾ ਇੱਕ ਸਿਲੰਡਰ ਲਿਆ ਤੇ ਲਾਭ ਸਿੰਘ ਨੇ 2 ਸਿਲੰਡਰ ਲਏ ਅਤੇ ਚੁੱਪਚਾਪ ਹਾਲ ਵਿੱਚ ਅੱਗੇ ਵਧ ਗਏ। ਹਾਲ ਪਾਰ ਕਰਨ ਤੋਂ ਬਾਅਦ ਉਹ ਬੇਸਮੈਂਟ ਦੀਆਂ ਪੌੜੀਆਂ ਦੇ ਸੱਜੇ ਪਾਸੇ ਪਹੁੰਚ ਗਏ ਅਤੇ ਇੱਕ ਦੂਜੇ ਦੇ ਪਿੱਛੇ ਚੱਲਦੇ ਹੋਏ ਹੇਠਾਂ ਚਲੇ ਗਏ। 2 ਮਿੰਟ ਬਾਅਦ ਉਹ ਪੌੜੀਆਂ ਦੇ ਸਿਖਰ ਤੇ ਖਾਲੀ ਹੱਥ ਦਿਖਾਈ ਦਿੱਤੇ। ਗੁਰਦਿੱਤਾ ਸਭ ਤੋਂ ਅੱਗੇ ਸੀ। ਮਾਇਆ ਰਾਮ ਨੇ ਇਸ਼ਾਰਾ ਕੀਤਾ ਤੇ ਉਹ ਚੁੱਪਚਾਪ ਉਸ ਦੇ ਨੇੜੇ ਪਰਤ ਆਏ। 2 ਹੋਰ ਗੇੜਿਆਂ ਵਿੱਚ ਸਾਰਾ ਸਮਾਨ ਤੇ ਤਿੰਨੋਂ ਵੀ ਥੱਲੇ ਪਹੁੰਚ ਗਏ। ਮਾਇਆ ਰਾਮ ਨੇ ਵਾਇਰਲੈਸ ਔਨ ਕੀਤਾ ਤੇ ਮੂੰਹ ਵਿੱਚ ਬੋਲਿਆ ਵੀ ਕਰਮਚੰਦ, ਬਾਹਰ ਦਾ ਕੀ ਹਾਲ ਹੈ? ਸਭ ਠੀਕ ਆ ਉਸਤਾਦ ਜੀ। ਕਰਮਚੰਦ ਦੀ ਆਵਾਜ਼ ਆਈ। ਮੈਂ ਹੇਠਾਂ ਜਾ ਰਿਹਾ, ਤੁਸੀਂ ਸਾਵਧਾਨ ਰਹੋ। ਜੇਕਰ ਤੂੰ ਕੋਈ ਅਸਾਧਾਰਨ ਦੇਖਦਾ ਹੈ ਤਾਂ ਮੈਨੂੰ ਤੁਰੰਤ ਸੂਚਿਤ ਕਰੀਂ। ਚੰਗਾ। ਫਿਰ ਉਸਨੇ ਆਪਣੇ ਕੰਨਾਂ ਤੋਂ ਹੈੱਡਫੋਨ ਹਟਾ ਦਿੱਤੇ ਤੇ ਵਾਇਰਲੈਸ ਨੂੰ ਬੰਦ ਕਰ ਦਿੱਤਾ। ਫਿਰ ਉਹ ਚੁੱਪਚਾਪ ਪੌੜੀਆਂ ਵੱਲ ਤੁਰ ਪਿਆ। ਉਸ ਸਮੇਂ ਉਸ ਨੂੰ ਲੱਗਾ ਜਿਵੇਂ ਪਿੱਛੋਂ ਗੋਲੀ ਚੱਲੇਗੀ ਤੇ ਉਹ ਕੱਟੇ ਹੋਏ ਦਰਖਤ ਵਾਂਗ ਫਰਸ਼ ਤੇ ਪਿਆ ਹੋਵੇਗਾ। ਜਦੋਂ ਉਹ ਪੌੜੀਆਂ ਉਤਰ ਕੇ ਬੇਸਮੈਂਟ ਵਿੱਚ ਪਹੁੰਚਿਆ ਤਾਂ ਉਸ ਨੂੰ ਹੋਸ਼ ਆ ਗਿਆ।
ਹੇਠਾਂ ਉਸਦੇ 3 ਸਾਥੀ ਬੇਸਬਰੀ ਨਾਲ ਉਸਦੀ ਉਡੀਕ ਕਰ ਰਹੇ ਸਨ। ਹੇਠਾਂ ਹਨੇਰਾ ਸੀਗਾ। ਮਾਇਆ ਰਾਮ ਨੇ ਟਾਰਚ ਜਗਾਈ ਤੇ ਉਸਦੀ ਰੌਸ਼ਨੀ ਵਿੱਚ ਸਵਿਚ ਬੋਰਡ ਲੱਭਿਆ। ਉਸਨੇ 2-3 ਸਵਿਚਾਂ ਔਨ ਕੀਤੀਆਂ। ਬੇਸਮੈਂਟ ਵਿੱਚ ਰੌਸ਼ਨੀ ਸੀਗੀ। ਲਾਂਘੇ ਦੇ ਅਤੇ ਅੰਤ ਵਿੱਚ ਵਾਲਟ ਦਾ ਵਿਸ਼ਾਲ ਦਰਵਾਜ਼ਾ ਦਿਖਾਈ ਦਿੱਤਾ ਉਹਨਾਂ ਨੂੰ। ਦਾਤਾ, ਗੁਰਦਿੱਤੇ ਨੇ ਮਸਤ ਆਵਾਜ਼ ਵਿੱਚ ਕਿਹਾ। ਮਾਇਆ ਰਾਮ ਨੇ ਐਗਜ਼ੌਸਟ ਫੈਨ ਵੱਲ ਧਿਆਨ ਦਿੱਤਾ। ਉਹ ਇੱਕ ਪਲ ਲਈ ਝਿਜਕਿਆ ਤੇ ਫਿਰ ਉਹਨਾਂ ਨੇ ਦੋਵੇਂ ਸਵਿਚ ਲੱਭੇ ਤੇ ਉਹਨਾਂ ਨੂੰ ਚਾਲੂ ਕਰ ਦਿੱਤਾ। ਦੋਵੇਂ ਫੈਨ ਇੰਨੇ ਜ਼ਬਰਦਸਤ ਸਨ ਕਿ ਉਹਨਾਂ ਦੇ ਸਿਰ ਦੇ ਵਾੜ ਉੱਡਣ ਲੱਗੇ ਤੇ ਉਹ ਠੰਡ ਮਹਿਸੂਸ ਕਰਨ ਲੱਗ ਪਏ। ਤਿੰਨੇ ਜਣੇ ਗੈਸ ਸਿਲੰਡਰ ਨੂੰ ਵੈਲਡਿੰਗ ਟਾਰਚ ਨਾਲ ਜੋੜਨ ਲੱਗੇ। ਹੁਣ ਮਾਇਆ ਰਾਮ ਨੇ ਆਪਣੀ ਜੇਬ ਵਿੱਚੋਂ ਇੱਕ ਪਈਆ ਤੇ ਇੱਕ ਤਿੱਖਾ ਮੇਖ ਕੱਢਿਆ ਤੇ ਆਪਣੇ ਨਾਲ ਲਿਆਂਦੀਆਂ ਚੀਜ਼ਾਂ ਵਿੱਚੋਂ ਇੱਕ ਫੋਟਾ ਕੱਢ ਲਿਆ। ਉਹ ਵਾਲਟ ਦੇ ਦਰਵਾਜ਼ੇ ਤੇ ਚੌਕ ਨਾਲ ਕੁਝ ਦੂਰੀ ਤੇ ਨਿਸ਼ਾਨ ਲਗਾਉਂਦਾ ਰਿਹਾ। ਫਿਰ ਕੁਝ ਸਮੇਂ ਬਾਅਦ ਉਸਨੇ ਇੱਕ ਤਿੱਖੀ ਮੇਖ ਨਾਲ ਡਾਇਲ ਦੇ ਬਿਲਕੁਲ ਹੇਠਾਂ ਲਗਭਗ 2 ਫੁੱਟ ਵਿਆਸ ਦਾ ਚੱਕਰ ਖਿੱਚਿਆ। ਉਸ ਚੱਕਰ ਦੇ ਅੰਦਰ ਉਸਨੇ ਇੱਕ ਹੋਰ ਚੱਕਰ ਖੁਰਚਿਆ ਤੇ ਫਿਰ ਉਹਦੇ ਵਿੱਚ ਇਸ ਦੇ ਅੰਦਰ ਇੱਕ ਕ੍ਰਾਸ ਦਾ ਨਿਸ਼ਾਨ ਬਣਾਇਆ। ਇਹ ਉਹ ਥਾਂ ਸੀ ਜਿੱਥੋਂ ਦਰਵਾਜ਼ੇ ਦਾ ਪਿਘਲਣਾ ਸ਼ੁਰੂ ਹੋਣਾ ਸੀ। ਉਦੋਂ ਤੱਕ ਵੈਲਡਿੰਗ ਟਾਰਚ ਤਿਆਰ ਹੋ ਚੁੱਕੀ ਸੀ। ਮਾਇਆ ਰਾਮ ਨੇ ਆਪਣੀ ਕਮੀਜ਼ ਦੇ 2 ਬਟਨ ਖੋਲ੍ਹੇ ਅਤੇ ਆਪਣੀ ਗਰਦਨ ਦੁਆਲੇ ਤੌਲੀਆ ਲਪੇਟ ਲਿਆ। ਉਸਨੇ ਦਸਤਾਨੇ ਪਹਿਨੇ ਹੋਏ ਸਨ ਅਤੇ ਵੈਲਡਿੰਗ ਦਾ ਕੰਮ ਕਰਨ ਵਾਲੇ ਲੋਕਾਂ ਦੁਆਰਾ ਵਰਤੇ ਜਾਂਦੇ ਵਿਸ਼ੇਸ਼ ਚਸ਼ਮੇ ਨਾਲ ਆਪਣੀਆਂ ਅੱਖਾਂ ਢੱਕੀਆਂ ਹੋਈਆਂ ਸਨ। ਗੁਰਦਿੱਤੇ ਨੇ ਉਸ ਨੂੰ ਬਲਦੀ ਹੋਈ ਟਾਰਚ ਸੌਂਪੀ। ਮਾਇਆ ਰਾਮ ਹੱਥ ਵਿੱਚ ਟਾਰਚ ਲੈ ਕੇ ਕੁਝ ਪਲ ਸੋਚਦਾ ਰਿਹਾ ਤੇ ਫਿਰ ਬੋਲਿਆ ਕਿ ਨਹੀਂ, ਕੁਰਸੀ ਲਿਆਓ। ਫਿਰ ਪੌੜੀਆਂ ਕੋਲ 3-4 ਕੁਰਸੀਆਂ ਪਈਆਂ ਸਨ। ਵਿਮਲ ਨੇ ਉਹਨਾਂ ਵਿੱਚੋਂ ਇੱਕ ਨੂੰ ਚੁੱਕ ਲਿਆ। ਮਾਇਆ ਰਾਮ ਕੁਰਸੀ ਤੇ ਬੈਠ ਗਿਆ। ਉਸਨੇ ਆਪਣੀਆਂ ਕੁੜੀਆਂ ਨੂੰ ਗੋਡਿਆਂ ਤੇ ਰੱਖਿਆ ਤੇ ਫਿਰ ਦਰਵਾਜ਼ੇ ਤੇ ਸਲੀਬ ਦੀ ਨਿਸ਼ਾਨਦੇਹੀ ਕਰਨ ਲਈ ਟਾਰਚ ਦੀ ਲਾਟ ਨੂੰ ਸਥਿਰ ਕੀਤਾ। ਜਦੋਂ ਦਰਵਾਜ਼ੇ ਤੇ ਅਲਮੋਨੀਅਮ ਦੀ ਪੇਂਟ ਦੀ ਪਰਤ ਸੜ ਗਈ ਤਾਂ ਉੱਚੀ ਛੂੰ ਦੀ ਆਵਾਜ਼ ਆਈ। ਸਾਰੇ ਕਮਰੇ ਵਿੱਚ ਧੂਆਂ ਫੈਲ ਗਿਆ ਤੇ ਫਿਰ ਲੋਹਾ ਪਿਘਲਣ ਲੱਗ ਪਿਆ। ਅੱਗ ਦੇ ਦੁਆਲੇ ਚੰਗਿਆੜੀਆਂ ਉੱਡਣ ਲੱਗ ਪਈਆਂ। 5 ਮਿੰਟਾਂ ਵਿੱਚ ਹੀ ਇੰਨਾ ਗਰਮ ਹੋ ਗਿਆ ਕਿ ਸਾਰਿਆਂ ਦੇ ਚਿਹਰਿਆਂ ਤੇ ਪਸੀਨਾ ਆਉਣ ਲੱਗ ਪਿਆ। ਲਾਭ ਸਿੰਘ, ਗੁਰਦਿੱਤਾ ਤੇ ਵਿਮਲ ਮਾਇਆ ਰਾਮ ਤੋਂ ਪਿੱਛੇ ਹਟ ਗਏ। ਸੋ ਦੋਸਤੋ, ਇਹ ਸੀ 65 ਲੱਖ ਦੀ ਡਕੈਤੀ ਦਾ ਭਾਗ 12ਵਾਂ ਤੇ ਭਾਗ 13ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਵੇਖਦੇ ਰਹੋ ਸਾਈਕੋ ਪੰਜਾਬੀ ਚੈਨਲ।